TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ, ਕੁਝ ਅਹਿਮ ਘਟਨਾਵਾਂ ਦੇ ਉੱਤੇ ਵਿਚਾਰ ਵਟਾਂਦਰਾ ਕਰੀਏ। ਕੈਨੇਡਾ ਦੇ ਸੂਬੇ ਅਲਬਰਟਾ ਦੇ ਦੋ ਵੱਡੇ ਸ਼ਹਿਰਾਂ ਵਿੱਚ ਪੰਜਾਬੀਆਂ ਨੇ ਮੇਅਰ ਬਣ ਕੇ ਸਿਰਜਿਆ ਇਤਿਹਾਸ। ਪੰਜਾਬ 'ਚ ਚੋਣਾਂ ਤੋਂ ਪਹਿਲਾਂ ਵੱਡੇ ਹਮਲੇ ਦਾ ਏਜੰਸੀਆਂ ਵੱਲੋਂ ਅਲਰਟ। ਬੇਅਦਬੀ ਕਾਂਡ ਦੇ ਭਗੌੜੇ ਮੁਲਜ਼ਮਾਂ ਨੂੰ ਫੜਨ ਸੰਬੰਧੀ DGP ਨੇ ਕੀਤਾ 4 ਮੈਂਬਰੀ ਕਮੇਟੀ ਦਾ ਗਠਨ। ਪੰਜਾਬ ਦੀ ਸਿਆਸਤ ਵਿੱਚ ਨਵੇਂ ਸਮੀਕਰਨ। ਲਖੀਮਪੁਰ ਖੀਰੀ ਘਟਨਾ ਵਿੱਚ 4 ਹੋਰ ਹੋਈਆਂ ਗ੍ਰਿਫਤਾਰੀਆਂ ਅਤੇ ਸਿੱਟ ਵੱਲੋਂ ਕਿਸਾਨਾਂ ਤੋਂ ਕੀਤੀ ਗਈ ਪੁੱਛ ਪੜਤਾਲ ਅਤੇ ਨਿਹੰਗ ਸਰਬਜੀਤ ਸਿੰਘ ਬਾਰੇ ਕੁਝ ਹੈਰਾਨੀਜਨਕ ਖੁਲਾਸੇ। ਦੋਸਤੋ, ਅੱਜ ਦੇ ਆਪਣੇ ਇਹ ਪ੍ਰੋਗਰਾਮ ਦੇ ਵਿੱਚ ਕੁਝ ਵਿਚਾਰਾਂਗੇ। ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗੇਗਾ। ਜੇਕਰ ਚੰਗਾ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲੈਣੀ। ਤੇ ਆਓ ਹੁਣ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਕੱਲ੍ਹ ਕੈਨੇਡਾ ਦੇ ਅਲਬਰਟਾ ਸੂਬੇ ਦੇ ਵਿੱਚ ਲੋਕਲ ਸਰਕਾਰਾਂ, ਸਥਾਨਕ ਸਰਕਾਰਾਂ ਭਾਵ ਮਿਊਨਿਸਪਲ ਸਰਕਾਰਾਂ ਵਾਸਤੇ ਚੋਣਾਂ ਹੋਈਆਂ। ਉਹਦੇ ਵਿੱਚ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਪੰਜਾਬੀਆਂ ਨੇ ਇਤਿਹਾਸ ਸਰਜ ਦਿੱਤਾ। ਐਡਮਿੰਟਨ ਦੇ ਵਿੱਚ ਅਮਰਜੀਤ ਸੋਹੀ ਅਤੇ ਕੈਲਗਰੀ ਦੇ ਵਿੱਚ ਜੋਤੀ ਗੋਂਡੇਕ ਕੈਲਗਰੀ ਦੇ ਨਵੇਂ ਮੇਅਰ ਚੁਣੇ ਗਏ ਨੇ। ਅਮਰਜੀਤ ਸੋਹੀ ਅਤੇ ਜੋਤੀ ਪਹਿਲੇ ਭਾਰਤੀ ਮੂਲ ਦੇ ਆਗੂ ਨੇ ਜੋ ਅਲਬਰਟਾ ਦੇ ਇਹ ਦੋ ਵੱਡੇ ਸ਼ਹਿਰਾਂ ਦੇ ਮੇਅਰ ਚੁਣੇ ਗਏ ਨੇ। ਇਹ ਵੀ ਦੱਸਣਾ ਬਣਦਾ ਕਿ ਅਮਰਜੀਤ ਸੋਹੀ ਇਸ ਤਰ੍ਹਾਂ ਦੇ ਪਹਿਲੇ ਪੰਜਾਬੀ ਨੇ ਜਿਹੜੇ ਪਹਿਲਾਂ ਐਡਮਿੰਟਨ ਦੇ ਵਿੱਚ ਕੌਂਸਲਰ ਰਹੇ, ਫਿਰ ਟਰੂਡੋ ਸਰਕਾਰ ਦੇ ਵਿੱਚ ਮੰਤਰੀ ਰਹੇ ਅਤੇ ਹੁਣ ਐਡਮਿੰਟਨ ਸ਼ਹਿਰ ਦੇ ਮੇਅਰ ਬਣੇ ਨੇ। ਤੇ ਜੋਤੀ ਗੋਂਡੇਕ ਉਹ ਕੈਲਗਰੀ ਦੀ ਪੰਜਾਬੀ ਮੂਲ ਦੀ ਮੇਅਰ ਦੇ ਵਜੋਂ ਚੁਣੇ ਜਾ ਚੁੱਕੇ ਨੇ। ਅਤੇ ਇਹ ਵੀ ਦੱਸਣਾ ਬਣਦਾ ਕਿ ਪਹਿਲੀ ਔਰਤ ਵੀ ਨੇ ਜਿਹੜੇ ਕੈਲਗਰੀ ਦੇ ਵਿੱਚ ਮੇਅਰ ਦੇ ਵਜੋਂ ਜਿੱਤੇ ਨੇ। 2017 ਦੇ ਵਿੱਚ ਉਹਨਾਂ ਨੇ ਜਾਣਕਾਰੀ ਮਿਲੀ ਹੈ ਕਿ ਰਾਜਨੀਤੀ ਦੇ ਵਿੱਚ ਕਦਮ ਰੱਖਿਆ ਸੀ। ਸਿਟੀ ਕੌਂਸਲ ਦੇ ਵਿੱਚ ਉਹ ਚੁਣੇ ਗਏ ਸੀ। ਜਿੱਤ ਤੋਂ ਬਾਅਦ ਜੋਤੀ ਨੇ ਟਵੀਟ ਕਰਕੇ ਕੈਲਗਰੀ ਦੇ ਰਹਿਣ ਵਾਲੇ ਲੋਕਾਂ ਦਾ, ਵੋਟਰਾਂ ਦਾ, ਸਪੋਰਟਰਾਂ ਦਾ ਧੰਨਵਾਦ ਕੀਤਾ ਹੈ। ਦੱਸਣਾ ਬਣਦਾ ਕਿ ਜੋਤੀ ਦਾ ਜਨਮ ਬਰਤਾਨੀਆ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ। ਜਦੋਂ ਉਹ ਛੋਟੇ ਸਨ ਉਸ ਵਕਤ ਪਰਿਵਾਰ ਸਮੇਤ ਉਹ ਕੈਨੇਡਾ ਆ ਕੇ ਵਸ ਗਏ ਸੀ। ਮੈਨੀਟੋਬਾ ਦੇ ਵਿੱਚ ਆ ਕੇ ਸੈਟਲਡ ਹੋਏ। ਬਾਅਦ ਵਿੱਚ ਉਹ ਆਪਣੇ ਪਤੀ ਦੇ ਨਾਲ ਕੈਲਗਰੀ ਆ ਕੇ ਵਸ ਗਏ ਸਨ। ਕੈਲਗਰੀ ਦੇ ਵਿੱਚ ਮਾਰਕੀਟਿੰਗ ਦੇ ਵਿੱਚ ਕੰਮ ਕਰਦੇ ਰਹੇ। ਇੱਕ ਸਲਾਹਕਾਰ ਫਰਮ ਵੀ ਚਲਾਈ। ਯੂਨੀਵਰਸਿਟੀ ਆਫ ਕੈਲਗਰੀ ਦੇ ਵੈਸਟਮੈਨ ਸੈਂਟਰ ਫਾਰ ਰੀਅਲ ਅਸਟੇਟ ਸਟੱਡੀਜ਼ ਦੇ ਡਾਇਰੈਕਟਰ ਦੇ ਵਜੋਂ ਸੇਵਾਵਾਂ ਨਿਭਾਈਆਂ। ਉਹਨਾਂ ਨੇ ਸ਼ਹਿਰੀ ਸਮਾਜ ਸ਼ਾਸਤਰ ਦੇ ਵਿੱਚ PhD ਕੀਤੀ ਹੋਈ ਹੈ ਅਤੇ ਹੁਣ ਉਹ ਕੈਲਗਰੀ ਦੇ ਵਿੱਚ ਕੈਲਗਰੀ ਦੇ ਮੇਅਰ ਵਜੋਂ ਸੇਵਾਵਾਂ ਨਿਭਾਉਣਗੇ। ਹੁਣ ਅਮਰਜੀਤ ਸੋਹੀ ਮੈਂ ਜਿਸ ਤਰ੍ਹਾਂ ਦੱਸ ਰਿਹਾ ਕਿ ਪਹਿਲਾਂ ਐਡਮਿੰਟਨ ਦੇ ਵਿੱਚ ਸਿਟੀ ਕਾਉਂਸਲਰ ਰਹੇ, ਟੈਕਸੀ ਵੀ ਚਲਾਉਂਦੇ ਰਹੇ, ਬੱਸ ਡਰਾਈਵਰ ਦੇ ਤੌਰ ਤੇ ਵੀ ਉੱਥੇ ਕੰਮ ਕਰਦੇ ਰਹੇ ਤੇ ਹੁਣ ਐਡਮਿੰਟਨ ਦੇ ਅਗਲੇ ਮੇਅਰ ਚੁਣੇ ਜਾ ਚੁੱਕੇ ਨੇ। ਤਕਰੀਬਨ 57 ਵਰ੍ਹਿਆਂ ਦੇ ਨੇ ਅਮਰਜੀਤ ਸੋਹੀ ਅਤੇ ਪਹਿਲੇ ਰੰਗਦਾਰ ਵਿਅਕਤੀ ਨੇ, ਗੈਰ ਗੋਰੇ ਵਿਅਕਤੀ ਜਿਹੜੇ ਐਡਮਿੰਟਨ ਦੇ ਮੇਅਰ ਚੁਣੇ ਗਏ ਨੇ। ਅਮਰਜੀਤ ਸੋਹੀ ਆਪਣੇ ਵੱਡੇ ਭਰਾ ਦੁਆਰਾ ਸਪਾਂਸਰ ਕੀਤੇ ਗਏ ਸੀ ਤੇ ਉਸ ਵਕਤ ਉਹਨਾਂ ਦੀ ਉਮਰ ਤਕਰੀਬਨ 18 ਵਰ੍ਹੇ ਸੀ ਤੇ 1982 ਦੇ ਵਿੱਚ ਐਡਮਿੰਟਨ ਆ ਕੇ ਵਸੇ ਸੀ। 2007 ਤੋਂ 2015 ਤੱਕ ਉਹ ਐਡਮਿੰਟਨ ਦੇ ਵਿੱਚ ਸਿਟੀ ਕਾਉਂਸਲਰ ਰਹੇ। ਐਡਮਿੰਟਨ ਮਿਲਵੁੱਡਜ਼ ਲਈ ਸੰਸਦ ਦੇ ਲਿਬਰਲ ਮੈਂਬਰ ਚੁਣੇ ਜਾਣ ਤੋਂ ਬਾਅਦ ਉਹਨਾਂ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅਸਤੀਫਾ ਦੇਣ ਤੋਂ ਪਹਿਲਾਂ ਉਹਨਾਂ ਨੇ 3 ਵਾਰੀ ਚੋਣਾਂ ਜਿੱਤੀਆਂ। ਸੰਭਾਵ 3 ਵਾਰੀ ਉਹ ਸਿਟੀ ਕਾਉਂਸਲਰ ਰਹੇ ਸੀ ਤੇ ਹੁਣ ਮੇਅਰ ਦੀ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੇ ਐਡਮਿੰਟਨ ਦੇ ਲੋਕਾਂ ਦਾ ਟਵੀਟ ਕਰਕੇ ਧੰਨਵਾਦ ਕੀਤਾ ਹੈ। 2015 ਤੋਂ 2019 ਤੱਕ ਉਹ ਟਰੂਡੋ ਗਵਰਨਮੈਂਟ ਦੇ ਵਿੱਚ ਵੀ ਕੈਬਨਿਟ ਮੰਤਰੀ ਰਹੇ ਅਤੇ ਹੁਣ ਉਹ ਐਡਮਿੰਟਨ ਦੇ ਮੇਅਰ ਬਣੇ ਨੇ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਅਮਰਜੀਤ ਸੋਹੀ ਹੋਰਾਂ ਦਾ ਉੱਥੇ ਅਸਰ ਰਸੂਖ ਕਾਫੀ ਹੈ, ਕਿ ਕਿਸ ਤਰ੍ਹਾਂ ਦੇ ਹੋਰ ਉਹ ਸੁਧਾਰ ਕਰਦੇ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਟੈਕਸੀ ਚਲਾਉਂਦੇ ਹੁੰਦੇ ਸੀ, ਫਿਰ ਐਡਮਿੰਟਨ ਟ੍ਰਾਂਜ਼ਿਟ ਸੇਵਾ ਲਈ ਜਿਹੜੀ ਬੱਸ ਚੱਲਦੀ ਹੈ, ਬੱਸ ਡਰਾਈਵਰ ਦੇ ਤੌਰ 'ਤੇ ਵੀ ਉੱਥੇ ਉਹ ਕੰਮ ਕਰਦੇ ਰਹੇ। ਇਹ ਦੋ ਵੱਡੇ ਸ਼ਹਿਰ ਨੇ ਅਲਬਰਟਾ ਦੇ, ਦੋਵਾਂ ਦੇ ਵਿੱਚ ਪੰਜਾਬੀ ਮੇਅਰ ਚੁਣੇ ਜਾ ਚੁੱਕੇ ਨੇ, ਭਾਵ ਇੱਕ ਪੰਜਾਬਣ ਤੇ ਇੱਕ ਪੰਜਾਬੀ। ਤੇ ਹੁਣ ਚੋਣਾਂ ਪੰਜਾਬ ਦੇ ਵਿੱਚ ਬੜੀ ਨੇੜੇ ਨੇ, ਉਂਗਲਾਂ ਤੇ ਗਿਣੇ ਜਾਣ ਵਾਲੇ ਮਹੀਨਿਆਂ ਜਿੰਨਾ ਸਮਾਂ ਰਹਿੰਦਾ ਹੈ। ਤੇ ਹੁਣ ਸੁਰੱਖਿਆ ਏਜੰਸੀਆਂ ਨੇ ਇੱਕ ਅਲਰਟ ਦਿੱਤਾ ਹੈ
कि पंजाब ते चंडीगढ़ दे विच जिहड़ी इंटैलीजेंस विंग है उन्होंने एजेंसियां ने एक चेतावनी भेजी है कि पंजाब दे विच जिहड़ियां चोणां होणीਆਂ ने चोणां दे मद्देनज़र पाकिस्तान की ISI पंजाब दे विच वड्डे हमले कर सकती है जां करवा सकती है। दस्सिया जा रहा है कि ISI अनडिटैक्टिव ड्रोन के जरिए हथियार, नशीले पदार्थ, विस्फोटक हथियार, गोला बरूद सरहद तो पार पंजाब वाले पासे भेज रहा है। ये वास्ते अलर्ट जारी कर दिता गया है ते नाल ये भी इस अलर्ट के विच जिक्र है कि जिहड़े खालिस्तानी लहर के नाल जुड़े हुए लोग ने वो भी पंजाब के माहौल नूं खराब करने के लिए इस हिंसा नूं भड़काउण दे विच अपना योगदान पा सकती है। चेतावनी दे विच दस्सिया गया कि समाज विरोधी तत्त भेदभाव दीआं भावनावां भड़काउणगे, छूत छात भाव जाति हिंसा नूं भी बढ़ा सकते हैं, पंजाब दा माहौल खराब करने दी कोशिशां कर सकते हैं। इहदे नाल ही उचेचे तौर पर उन्होंने खालिस्तानी समर्थकों के उत्ते नज़र बनाने वास्ते आख्या है तो उन्होंने जिहड़े सोशल मीडिया अकाउंट ने उन्होंने उत्ते नेड़ियों नज़र रखने वास्ते आख्या तो कुछ सरहदी जिले ने उन्होंने इत्थों तक भी आख दिता कि चैक करो किहड़े व्यक्ति की अपने सोशल मीडिया के उत्ते किसी हथियार नाल तस्वीर पाई हुई है। सो मैं अगे भी एक दिन तुहानूं आगाह किया सी कि जेकर सोशल मीडिया के उत्ते तुसीं बहुत सारिया फोटोआं पाउण दे आदी हो, कई लोगों को असले का बड़ा शौक है, जेकर वो उस तरह दी तस्वीरां पाउने हो तो समझो कि तुहाडे वास्ते खतरे की घंटी हो सकता है। पर जिहड़ी गल सुरक्षा एजेंसियां आख रही ने कि कुछ क लोग होणगे जिहड़े लोगों को जात पात के नां ते धर्म के नां ते लड़ाउण दीआं कोशिशां करनगे, वो तो भाई साहब हो रहा है। पहला बेअदबी आ हुण ਸਿੰਘੂ सरहद वाली घटना ਉਹਦੇ ਵਿੱਚ भी जात पात का पता सिख नूं सिख नाल लड़ाउण दा एक पासे निहंग सिंह हो गए ने, दूसरे पासे ढड्डरियां वाले हो गए ने, तीसरे पासे बाकी दी राजनीतिक धिरां हो गई ने। आपां अगे चल के उस मसले ते भी गलबात करते हैं। पर आ पहिलां 14 अक्तूबर ते 2015 नूं बहबल कलां दे विच संगत ते गोली चला दित्ती गई सी। उस मामले दे विच DGP इकबालप्रीत सिंह सहोता के हुक्मां ते जानकारी मिल रही है कि एक 4 मैंबरी कमेटी का गठन कर दिता गया है जो बेअदबी के मामलों संबंधी थाना बाजा खाना दे विच जिहड़े मुकदमे दर्ज होए सी उन्हां 3 मुकदमे के मुख दोषी समझे जाते हैं। डेरा सिरसा की कौमी कमेटी के मैंबर ने हर्षित दिउरी, प्रदीप कलेर और संदीप बरेटा, ये भगौड़े है। तो ये मैं दसना चाहना कि मैं जां तुसीं भगौड़े नहीं कहिंदे, असल दे विच चीफ जुडिशियल मजिस्ट्रेट फरीदकोट की अदालत के विचों इन्हां तिन्नां नूं भगौड़े ऐलानिया जा चुके हैं क्योंकि हाले तक पुलिस के ये हथ आए नहीं। दसना बनता कि बेअदबी के 3 मामले पावन स्वरूप चोरी करन, पावन स्वरूप की बेअदबी करन अते बुरज जवाहर सिंह वाला के गुरुद्वारा साहब के बाहर इतराजयोग शब्दावली वाले पोस्टर लगाउण संबंधी मामले दर्ज ने। तो इन्हां मुकदमियां दे विच डेरा सिरसा मुखी भी नामजद है तो उहदे विच साल 2018 दे विच उहनूं दोषी करार दिता गया सी। जिहड़ी जानकारी मिल रही है उहदे अनुसार ये 3 डेरा प्रेमी जिन्होंने पुलिस गिरफ्तार करना चाहती है, इस गिरफ्तारी के वास्ते ही पंजाब के DGP वालों एक कमेटी का गठन किया गया है तो कमेटी की अगवाई पुलिस कमिश्नर गुरप्रीत सिंह भुल्लर नूं सौंपी गई है, जिस दे विच AIG राजेंद्र सिंह सोहल, DSP गुरचरण सिंह, राकेश यादव और जांच अधिकारी विजय कुमार नूं शामिल करके अधिकार दे दिते गए हैं कि तुसीं इस मसले के उत्ते इन्हां डेरा प्रेमियों को गिरफ्तार करने वास्ते अपनियां कोशिशां तेज़ कर दिओ। मैं दसना चाहुंदा है कि साबका मुख्यमंत्री कैप्टन अमरिंदर सिंह होरां ने जदों साबका IG कुंवर विजय प्रताप वाली सिट रिपोर्ट खारिज कर दी गई सी ते उन्होंने अपने अहुदे तो अस्तीफा दे दिता सी। सरकार अगे मानयोग अदालत ने 3 बदल दिते सी, CBI जां पंजाब तो बाहर हरियाणे की पुलिस नूं जां हरियाणे दे विचों इस केस की जानकारी के वास्ते। तो तीसरा जिहड़ा बदल सी जिहड़ा चुनिया सी इह सी कि नवीं सिट, हुण नवीं सिट नूं भी बनिया तकरीबन 6 महीने होने वाले ने। कहंदे सी कि समाबद्ध जांच होएगी, कुछ महीनों के अंदर अंदर नतीजे आ जाणगे, पर हाले कोई गल तण पत्तण लगी नहीं। ते नाल मैं टिप्पणी करदा सुखजिंदर रंधावा साहब बहुत टप्पिया करदे सी कि पंजाब के मुख्य मंत्री गृह मंत्राला भी संभाली फिरदे है, दोषियों नूं हत्थ पाउंदे नहीं। आ हुण तां महीना हो गया, गृह मंत्राला सुखजिंदर सिंह रंधावा कोल है, हाले तक कोई गल तण पत्तण लगदी नज़र नहीं आई। पर सियासत दे विच नवें समीकरण कदों किवें बन जाण, जोड़ तोड़ कोड़ा किहड़ा किहदे नाल कर जे,
ਇਹ ਵੀ ਪਤਾ ਨਹੀਂ ਲੱਗਦਾ। ਆ ਇਸੇ ਤਰ੍ਹਾਂ ਦੀ ਖਬਰ ਆ, ਇਸੇ ਤਰ੍ਹਾਂ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਗਲੇ ਵਰੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ। ਇਹਨਾਂ ਚੋਣਾਂ ਦੇ ਮੱਦੇਨਜ਼ਰ ਸਿਆਸੀ ਜੋੜ ਤੋੜ ਬਹੁਤ ਉੱਚੇ ਪੱਧਰ ਤੇ ਚੱਲ ਰਿਹਾ ਹੈ, ਕਿਉਂਕਿ ਹਰ ਕੋਈ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦੀ ਸੱਤਾ ਤੇ ਕਾਬਜ਼ ਹੋਇਆ ਜਾਵੇ, ਭਾਵੇਂ ਪਾਰਟੀ ਹਮਖਿਆਲੀ ਹੋਵੇ ਜਾਂ ਨਾ ਹੋਵੇ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੁੰਦਾ ਕਿ ਹਮਖਿਆਲੀ ਪਾਰਟੀਆਂ ਨਾਲ ਹੀ ਸਮਝੌਤੇ ਕੀਤੇ ਜਾਂਦੇ ਆ। ਅਕਾਲੀਆਂ ਦਾ ਤੇ ਭਾਜਪਾ ਦਾ ਕਿਹੜਾ ਹਮਖਿਆਲ ਸੀ? ਇੱਕੋ ਇੱਕ ਟੀਚਾ ਸੀ ਕਿ ਸੱਤਾ ਹਾਸਲ ਕਰਨੀ ਹੈ। ਹੁਣ ਸੱਤਾ ਹਾਸਲ ਕਰਨ ਵਾਸਤੇ ਸਮਝੌਤੇ ਕੀਤੇ ਜਾਂਦੇ ਨੇ। ਜਾਣਕਾਰੀ ਮਿਲ ਰਹੀ ਹੈ ਕਿ 2 ਵਿਧਾਇਕਾਂ ਵਾਲੀ ਪਾਰਟੀ ਲੋਕ ਇਨਸਾਫ ਪਾਰਟੀ ਕਾਂਗਰਸ ਦੇ ਨਾਲ ਉਹ ਹੱਥ ਮਿਲਾ ਸਕਦੇ ਹੈ ਤੇ ਸਿਆਸਤ ਪਹਿਲਾਂ ਹੀ ਗਰਮ ਹੈ ਤੇ ਉਹਦੇ 'ਚ ਹੋਰ ਗਰਮਾਹਟ ਹੋ ਸਕਦੀ ਹੈ। ਹਾਲਾਂਕਿ ਇਹਦੀ ਕੋਈ ਰਸਮੀ ਪੁਸ਼ਟੀ ਹਾਲੇ ਨਹੀਂ ਕੀਤੀ ਗਈ, ਪਰ ਸੂਤਰ ਦੱਸ ਰਹੇ ਹੈ ਕਿ 27 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਹਿਲੀ ਲੁਧਿਆਣਾ ਫੇਰੀ ਦੇ ਦੌਰਾਨ ਲੋਕ ਇਨਸਾਫ ਪਾਰਟੀ ਕਾਂਗਰਸ ਦੇ ਨਾਲ ਹੱਥ ਮਿਲਾ ਸਕਦੀ ਹੈ। ਇਹ ਵੀ ਸ਼ਾਇਦ ਤੁਹਾਨੂੰ ਯਾਦ ਹੋਵੇ ਕਿ ਪੰਜਾਬ ਦੇ ਵਿੱਚ 1 ਸਾਲ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਣ ਦਾ ਸੁਪਨਾ ਦੇਖ ਰਹੀਆਂ ਜਿਹੜੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ, ਉਹਨਾਂ ਦੇ ਹਾਲਾਤ ਪੇਚੀਦਾ ਬਣਾ ਕੇ ਰੱਖੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਜੋ ਕਈ ਦਹਾਕੇ ਪੁਰਾਣੀ ਆਪਣੀ ਭਾਈਵਾਲ ਸਿਆਸੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਹੁਣ ਦੁਬਾਰਾ ਹੱਥ 'ਚ ਲੈ ਕੇ ਆਈ ਆ, ਉਹਨਾਂ ਨਾਲ ਸਮਝੌਤਾ ਕੀਤਾ ਤੇ ਭਾਜਪਾ ਦਾ ਸਾਥ ਛੱਡਣਾ ਪਿਆ ਸੀ। ਇਹ ਕਿਸਾਨੀ ਅੰਦੋਲਨ ਹੈ ਜਿਹਦੇ ਕਰਕੇ ਬਸਪਾ ਨਾਲ ਸਾਂਝ ਕੀਤੀ ਤੇ ਭਾਜਪਾ ਨਾਲੋਂ ਸਾਂਝ ਤੋੜੀ। ਹਾਲਾਤ ਅਜਿਹੇ ਬਣ ਚੁੱਕੇ ਨੇ ਕਿ ਕਿਸਾਨ ਸੰਗਠਨ, ਕਿਸਾਨ ਜਥੇਬੰਦੀਆਂ ਭਾਜਪਾ ਦੇ ਲੀਡਰਾਂ ਦਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜੰਮ ਕੇ ਵਿਰੋਧ ਕਰ ਰਹੀਆਂ ਨੇ। ਆਪੋ ਆਪਣੇ ਪਿੰਡਾਂ ਦੇ ਵਿੱਚ ਵੜਨ ਤੋਂ ਉਹਨਾਂ ਨੂੰ ਰੋਕਿਆ ਹੋਇਆ। ਫਿਰ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ, ਜੋ 4.5 ਸਾਲ ਤੋਂ ਸੱਤਾ ਦਾ ਸੁੱਖ ਭੋਗ ਰਹੀ ਕਾਂਗਰਸ ਪਾਰਟੀ ਹੈ, ਜਿਹਨੇ ਕੁਝ ਕੁ ਦਿਨ ਪਹਿਲਾਂ ਹੀ ਆਪਣਾ ਮੁੱਖ ਮੰਤਰੀ ਬਦਲਿਆ, ਇੱਕ ਨਵਾਂ ਅਧਿਆਇ, ਇੱਕ ਨਵੀਂ ਕਹਾਣੀ ਲਿਖਣ ਦਾ ਯਤਨ ਵੀ ਕੀਤਾ ਹੈ ਤੇ ਦੁਬਾਰਾ ਸੱਤਾ ਵਿੱਚ ਆਉਣ ਵਾਸਤੇ ਹੱਥ ਪੈਰ ਵੀ ਮਾਰ ਰਹੀ ਹੈ। ਤੇ ਹਰ ਕੋਈ ਇਹ ਸੋਚਦਾ ਕਿ ਸਾਡੀ ਸਰਕਾਰ ਬਣਨੀ ਹੈ। ਉਹ 'ਚ ਅਕਾਲੀ ਵੀ ਸੋਚੀ ਜਾਂਦੇ ਹੈ, ਭਾਜਪਾ ਵਾਲੇ ਵੀ ਦਾਅਵੇ ਕਰੀ ਜਾਂਦੇ ਹੈ, ਆਮ ਆਦਮੀ ਪਾਰਟੀ ਵਾਲੇ ਵੀ ਆਖੀ ਜਾਂਦੇ ਹੈ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਵੀ ਲੱਗਦਾ ਕਿ ਸਰਕਾਰ ਸਾਡੀ ਬਣਨੀ ਹੈ ਤੇ ਹਰ ਕੋਈ ਯਤਨ ਕਰ ਰਿਹਾ ਹੈ। ਹੁਣ ਚੋਣਾਂ 'ਚ ਫਾਇਦਾ ਕਿਹਨੂੰ ਹੋਣਾ, ਨੁਕਸਾਨ ਕਿਹਨੂੰ ਹੋਣਾ, ਨੀਤੀ ਕਿਹਦੀ ਚੰਗੀ ਸੀ ਕਿਹਦੀ ਮਾੜੀ ਸੀ, ਇਸ ਮਸਲੇ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ। ਪਰ ਇਸੇ ਨੀਤੀ ਦੇ ਤਹਿਤ ਕਾਂਗਰਸ ਦੀਆਂ ਨਿਗਾਹਾਂ ਲੋਕ ਇਨਸਾਫ ਪਾਰਟੀ ਤੇ ਟਿਕ ਗਈਆਂ ਨੇ, ਜਿਸ ਤੇ ਸੂਤਰਧਾਰ ਨੇ ਬੈਂਸ ਭਰਾ। ਤੇ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਹਾਲਾਤ ਬਦਲ ਰਹੇ ਨੇ, ਮੌਸਮ ਬਦਲ ਰਿਹਾ ਹੈ, ਉਹਨਾਂ ਨੂੰ ਵੀ ਤਲਾਸ਼ ਕਿਸੇ ਨਵੇਂ ਬਦਲਦੀ ਹੈ। ਭਾਵੇਂ 2 ਵਿਧਾਇਕ ਨੇ, ਦੋਵੇਂ ਭਰਾ ਨੇ, ਲੁਧਿਆਣਾ ਦੇ ਵਿੱਚ ਜਾਂ ਲੁਧਿਆਣਾ ਦੇ ਆਸ-ਪਾਸ ਉਹਨਾਂ ਦਾ ਕਾਫੀ ਪ੍ਰਭਾਵ ਮੰਨਿਆ ਜਾਂਦਾ ਹੈ। ਹੁਣ ਪਾਰਟੀ ਦੇ ਮੁਖੀ ਵੀ ਨੇ, ਆਤਮ ਨਗਰ ਤੋਂ ਵਿਧਾਇਕ ਵੀ ਨੇ ਸਿਮਰਜੀਤ ਸਿੰਘ ਬੈਂਸ। ਉਮੀਦ ਹੈ ਕਿ ਸ਼ਾਇਦ ਉਹ ਛੇਤੀ ਹੱਥ ਮਿਲਾ ਸਕਦੇ ਹੈ, ਕਿਉਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਾਂਗਰਸ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਜਿਹੜੇ ਉਹਨਾਂ ਦੇ ਸੰਬੰਧ ਨੇ ਤੇ ਵਧੀਆ ਸੰਬੰਧ ਨੇ, ਕਿਸ ਤੋਂ ਲੁਕੇ ਛਿਪੇ ਨਹੀਂ। ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੇ ਕਰੀਬੀ ਵਿਧਾਇਕ ਕੈਬਨਿਟ ਮੰਤਰੀ ਪ੍ਰਗਟ ਸਿੰਘ ਹੋਰਾਂ ਦੇ ਨਾਲ ਬੈਂਸ ਭਰਾਵਾਂ ਦੀ ਦੋਸਤੀ ਜਗ ਜ਼ਾਹਰ ਹੈ। ਉੱਥੇ ਹੀ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਉਹਨਾਂ ਤਾਂ ਵਿਰੋਧੀ ਸਮੇਂ-ਸਮੇਂ ਤੇ ਆਖਦੇ ਹੈ ਕਿ ਬੈਂਸਾਂ ਦੀ ਪਿੱਠ ਦੇ ਉੱਤੇ ਉਹ ਖੜੇ ਨੇ, ਜਨਤਕ ਤੌਰ ਤੇ ਦੋਸ਼ ਇੱਕ ਦੂਸਰੇ ਤੇ ਇੰਝ ਲਾਉਂਦੇ ਨੇ ਵਿਰੋਧੀ। ਹੁਣ ਜਿਹੜੀ ਇਹ ਹਾਲਤ ਬਣੀ ਹੋਈ ਹੈ, ਜਿਹੜੇ ਪੰਜਾਬ ਦੇ ਹਾਲਾਤ ਨੇ, ਚੋਣਾਂ ਦਾ ਵਿਗਲ ਵੱਜਣ ਵਾਲਾ, ਡਾਂਕਾ ਲੱਗਣ ਵਾਲਾ ਹੈ, ਥੋੜਾ ਸਮਾਂ ਬਚਿਆ ਹੈ। ਸੱਤਾਧਾਰੀ ਕਾਂਗਰਸ ਪਾਰਟੀ ਕਿਸੇ ਨਾ ਕਿਸੇ ਤਰੀਕੇ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ, ਕਿਸੇ ਨਾ ਕਿਸੇ ਤਰੀਕੇ ਦੁਬਾਰਾ ਸੱਤਾ ਦੇ ਉੱਤੇ ਕਾਬਜ਼ ਹੋਣਾ ਚਾਹੁੰਦੀ ਹੈ। ਇਸੇ ਕਰਕੇ ਸਰਗਰਮੀਆਂ ਵਧਾਈਆਂ ਹੋਈਆਂ ਨੇ। ਜੇ ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਪਾਰਟੀ ਲੀਡਰਸ਼ਿਪ ਅਤੇ ਬੈਂਸ ਭਰਾਵਾਂ ਦੇ ਵਿਚਕਾਰ ਅੰਦਰ ਖਾਤੇ ਸਿਆਸੀ ਖਿਚੜੀ ਪੂਰੀ ਤਰ੍ਹਾਂ ਪੱਕ ਚੁੱਕੀ ਹੈ। ਆਤਮ ਨਗਰ ਤੇ ਦੱਖਣੀ ਵਿਧਾਨ ਸਭਾ ਹਲਕਾ, ਜਿਨ੍ਹਾਂ ਤੇ ਬੀਤੇ 1 ਦਹਾਕੇ ਤੋਂ ਬੈਂਸ ਭਰਾਵਾਂ ਦਾ ਦਬਦਬਾ ਵੀ ਹੈ, ਜਲਦੀ ਕਾਂਗਰਸ ਦੇ ਨਾਲ ਉਹ ਹੱਥ ਮਿਲਾ ਸਕਦੇ ਆ। ਹਾਲਾਂਕਿ ਕਿਹੜੀਆਂ ਸ਼ਰਤਾਂ ਹੋਣਗੀਆਂ, ਕਿਹੜੇ ਆਧਾਰ ਤੇ ਸਮਝੌਤਾ ਹੋਏਗਾ, ਇਹ ਗੱਲ ਹਾਲੇ ਸਪਸ਼ਟ ਤਾਂ ਨਹੀਂ ਹੋ ਸਕੀ। ਪਰ ਪਤਾ ਲੱਗ ਰਿਹਾ ਹੈ ਕਿ 26 ਤੇ 27 ਅਕਤੂਬਰ ਨੂੰ ਹੋਣ ਜਾ ਰਹੇ ਨਿਵੇਸ਼ਕ ਸੰਮੇਲਨ ਦੇ ਵਿੱਚ ਦੂਸਰੇ ਦਿਨ ਮੁੱਖ ਮਹਿਮਾਨ ਨੇ ਚਰਨਜੀਤ ਸਿੰਘ ਚੰਨੀ। ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਉਹ ਜਾ ਰਹੇ ਨੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਲੋਕ ਇਨਸਾਫ ਪਾਰਟੀ ਤੇ ਕਾਂਗਰਸ ਦੇ ਵਿੱਚ ਕੋਈ ਵਿਧੀਵਤ ਸਮਝੌਤੇ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਮਸਲੇ ਦੇ ਉੱਤੇ ਪਰ ਹਾਲੇ ਤੱਕ ਲੋਕ ਇਨਸਾਫ ਪਾਰਟੀ ਵੀ ਤੇ ਦੂਸਰੇ ਪਾਸੇ ਸੱਤਾਧਾਰੀ ਧਿਰ ਕਾਂਗਰਸ ਵੀ
ਚੁੱਪ ਕਰੀ ਬੈਠੀ ਹੈ, ਪਰ ਸਿਆਸੀ ਗਲਿਆਰਿਆਂ ਦੇ ਵਿੱਚ ਲੁਧਿਆਣੇ ਦੀ ਅਫਸਰਸ਼ਾਹੀ ਦੇ ਵਿੱਚ ਇਸ ਗੱਠਜੋੜ ਨੂੰ ਲੈ ਕੇ ਘੁਸਰ ਮੁਸਰ ਸੁਣੀ ਜਾ ਸਕਦੀ ਹੈ। ਪਰ ਵੇਖਦੇ ਹਾਂ ਕਿ 27 ਅਕਤੂਬਰ ਨੂੰ ਕੀ ਇੱਕ ਦੂਸਰੇ ਨਾਲ ਹੱਥ ਮਿਲਾਏ ਜਾਂਦੇ ਹੈ? ਜੇ ਹੱਥ ਮਿਲਾਏ ਜਾਂਦੇ, ਕਿਹਨਾਂ ਸ਼ਰਤਾਂ ਤੇ ਮਿਲਾਏ ਜਾਂਦੇ ਆ? ਜਿਸ ਤਰ੍ਹਾਂ ਮੈਂ ਆਖ ਰਿਹਾ ਸੀ ਕਿ ਸਿਆਸੀ ਸਮੀਕਰਨ ਦੇ ਵਿੱਚ ਜੋੜ ਤੋੜ ਇਸ ਵਕਤ ਸਿਖਰਾਂ ਤੇ ਚੱਲ ਰਿਹਾ ਹੈ, ਤੇ ਹੁਣ ਸਿਆਸਤ ਦੇ ਨਾਲ ਜੁੜੀ ਖਬਰ ਵੀ ਹੈ, ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਖਬਰ ਵੀ ਹੈ। ਲਖੀਮਪੁਰ ਖੀਰੀ ਵਾਲੀ ਹਿੰਸਾ ਵਾਪਰ ਚੁੱਕੀ ਹੈ ਤੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਪਹਿਲੀਆਂ ਗ੍ਰਿਫਤਾਰੀਆਂ ਤੋਂ ਬਾਅਦ 4 ਲੋਕਾਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ। ਇਹਦੇ ਵਿੱਚ ਇੱਕ ਭਾਜਪਾ ਵਰਕਰ ਸੁਮੀਤ ਜੈਸਵਾਲ ਵੀ ਸ਼ਾਮਲ ਦੱਸਿਆ ਗਿਆ, ਜੋ ਘਟਨਾ ਦੇ ਵਕਤ SUV ਦੇ ਵਿੱਚ ਸਵਾਰ ਸੀ। ਅਧਿਕਾਰੀਆਂ ਦੇ ਮੁਤਾਬਕ ਹੁਣ ਤੱਕ ਇਸ ਹਿੰਸਕ ਮਾਮਲੇ ਦੇ ਵਿੱਚ 10 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਕੁੱਲ ਜਿਹੜੇ ਦੋਸ਼ੀ ਨੇ ਉਹਨਾਂ ਦੀ ਤਲਾਸ਼ ਹਾਲੇ ਜਾਰੀ ਵੀ ਹੈ, ਪਰ ਨਾਲੋਂ ਨਾਲ ਗ੍ਰਿਫਤਾਰੀਆਂ ਦਾ ਦੌਰ ਵੀ ਚੱਲ ਰਿਹਾ ਹੈ। ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ 9 ਅਕਤੂਬਰ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਵਿਰੋਧੀ ਪਾਰਟੀਆਂ ਨੇ ਬਹੁਤ ਜ਼ਬਰਦਸਤ ਇਸ ਮਸਲੇ ਨੂੰ ਉਠਾਇਆ ਸੀ, ਕਿਸਾਨਾਂ ਨੇ ਉਠਾਇਆ ਸੀ, ਲੋਕਾਂ ਨੇ ਉਠਾਇਆ ਸੀ, ਤੇ ਹਾਲੇ ਵੀ ਮੰਗ ਇਹ ਚੱਲੀ ਜਾ ਰਹੀ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕੀਤਾ ਜਾਵੇ ਜਾਂ ਪ੍ਰਧਾਨ ਮੰਤਰੀ ਉਹਨਾਂ ਤੋਂ ਅਸਤੀਫਾ ਲੈਣ। ਦੇਖੋ, ਇਹ 2 ਗੱਲਾਂ ਨੇ ਜਿਹਦੇ ਤੇ ਟਿੱਪਣੀ ਕਰੀਏ। ਜੇਕਰ ਅਸਤੀਫਾ ਲੈਣਾ ਹੁੰਦਾ ਤਾਂ ਹੁਣ ਤੱਕ ਲੈ ਚੁੱਕੇ ਹੁੰਦੇ, ਉਹ ਤਾਂ ਇਸ ਮਸਲੇ ਤੇ ਬੋਲੇ ਹੀ ਹੈ ਨਹੀਂ। ਪਰ ਗ੍ਰਿਫਤਾਰ ਕੀਤੇ ਗਏ ਜਿਹੜੇ ਹੋਰ 3 ਲੋਕ ਨੇ, ਉਹਨਾਂ ਵਿੱਚ ਲਖੀਮਪੁਰ ਖੀਰੀ ਦੇ ਸ਼ਿਸ਼ੂਪਾਲ, ਲਖਨਊ ਦੇ ਨੰਦਨ ਸਿੰਘ ਅਤੇ ਕੁਸਾਂਬੀ ਦੇ ਸੱਤਿਆ ਤ੍ਰਿਪਾਠੀ ਦੱਸੇ ਜਾ ਰਹੇ ਨੇ, ਜੋ ਕਿ ਹਿੰਸਾ ਵਾਲੇ ਦਿਨ ਕਾਫਲੇ ਦਾ ਹਿੱਸਾ ਸੀ। ਇਹਦੇ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰਾ, ਉਹਨਾਂ ਦੇ ਸਹਿਯੋਗੀ ਲਵ ਕੁਸ਼ ਪਾਂਡੇ, ਆਸ਼ੀਸ਼ ਪਾਂਡੇ, ਅੰਕਿਤ ਦਾਸ, ਸ਼ੇਖਰ ਭਾਰਤੀ ਅਤੇ ਲਤੀਫ ਨੂੰ ਇਸ ਹਿੰਸਕ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤੇ ਕੁਨੀਆ ਇਲਾਕੇ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਉਹਨਾਂ ਵਿੱਚ 4 ਕਿਸਾਨਾਂ ਦੀ, 1 ਪੱਤਰਕਾਰ ਦੀ ਤੇ ਬਾਕੀ ਭਾਜਪਾ ਵਰਕਰਾਂ ਦੀ ਜਾਂ ਮੈਂਬਰਾਂ ਦੀ ਆਖੀਏ ਕੁੱਲ 8 ਮੌਤਾਂ ਹੋ ਗਈਆਂ ਸਨ। ਤੇ ਇਸ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ, ਜਿਹੜੇ ਪੁੱਤਰ ਨੇ ਆਸ਼ੀਸ਼ ਮਿਸ਼ਰਾ, ਉਹਨਾਂ ਤੇ 15-20 ਹੋਰ ਲੋਕ ਨੇ ਜਿਨ੍ਹਾਂ ਦੇ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਹੋਇਆ ਹੈ। ਹੁਣ ਜਾਣਕਾਰੀ ਇਹਦੇ ਨਾਲ ਇੱਕ ਹੋਰ ਵੀ ਮਿਲ ਰਹੀ ਹੈ, ਕਿਉਂਕਿ ਇੱਕ ਨਹੀਂ ਸਗੋਂ ਇਹ 2 FIR ਦਰਜ ਕੀਤੀਆਂ ਗਈਆਂ ਸੀ। ਇੱਕ ਮੋਨੂ ਮਿਸ਼ਰਾ ਹੋਰਾਂ ਤੇ ਸੀ, ਦੂਸਰੀ ਕਿਸਾਨਾਂ ਤੇ ਸੀ। ਸਿੱਟ ਨੇ ਪਤਾ ਲੱਗਿਆ ਕਿ ਕੁਝ ਸਥਾਨਕ ਕਿਸਾਨਾਂ ਤੋਂ ਪੁੱਛਗਿੱਛ ਕੀਤੀ ਹੈ ਤੇ ਹੁਣ ਤੱਕ 50 ਤੋਂ ਵੱਧ ਕਿਸਾਨਾਂ ਨੂੰ ਤਲਬ ਕੀਤਾ ਜਾ ਚੁੱਕਿਆ ਹੈ। ਇਹਨਾਂ ਵਿੱਚੋਂ 15 ਕਿਸਾਨਾਂ ਨੇ ਬੀਤੇ ਦਿਨੀ ਸਿੱਟ ਦੇ ਅੱਗੇ ਪੇਸ਼ ਹੋ ਕੇ ਆਪਣੇ ਬਿਆਨ ਦਰਜ ਕਰਵਾਏ ਨੇ। ਕਿਸਾਨਾਂ ਨੂੰ CRPC ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਨੋਟਿਸ ਭੇਜੇ ਗਏ ਸੀ। ਸਿੱਟ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੋਵੇਂ FIR ਦੀ ਜਾਂਚ ਕਰ ਰਹੇ ਹਾਂ। ਕਿਸਾਨਾਂ ਨੂੰ ਦੂਸਰੀ FIR ਦੇ ਸਬੰਧ ਵਿੱਚ ਸਮਨ ਜਾਰੀ ਕੀਤੇ ਗਏ ਸੀ। ਜਾਣਕਾਰੀ ਅਨੁਸਾਰ 15 ਕਿਸਾਨਾਂ ਦੇ ਵਿੱਚੋਂ 15 ਮਿੰਟ ਦੀ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਦੇ ਵਕਤ ਕਿਸਾਨਾਂ ਦੇ ਵਕੀਲ ਮੁਹੰਮਦ ਅਮਾਨ ਵੀ ਉੱਥੇ ਹਾਜ਼ਰ ਸੀ ਤੇ 15 ਕਿਸਾਨਾਂ ਦੇ ਵਿੱਚੋਂ 11 ਕਿਸਾਨਾਂ ਨੇ ਆਪਣੇ ਬਿਆਨ ਦਰਜ ਕਰਵਾਏ ਨੇ। ਮੈਂ ਇਹ ਵੀ ਦੱਸ ਦਿਆਂ ਕਿ ਸੁਪਰੀਮ ਕੋਰਟ ਇਸ ਮਾਮਲੇ ਤੇ ਜਦੋਂ ਬੀਤੇ ਦਿਨੀ ਸੁਣਵਾਈ ਕਰ ਰਹੀ ਸੀ, ਸੁਣਵਾਈ ਵੀ ਮੁੱਖ ਜੱਜ ਰਮੰਨਾ ਸਾਹਿਬ, ਜਸਟਿਸ ਸੂਰਿਆਕਾਂਤ ਅਤੇ ਹਿਮਾ ਕੋਹਲੀ ਉਹਨਾਂ ਦਾ ਬੈਂਚ ਕਰ ਰਿਹਾ ਸੀ ਤੇ ਉਹਨਾਂ ਨੇ 8 ਅਕਤੂਬਰ ਨੂੰ ਪਿਛਲੀ ਸੁਣਵਾਈ ਦੇ ਦੌਰਾਨ UP ਸਰਕਾਰ ਦੇ ਵੱਲੋਂ 8 ਵਿਅਕਤੀਆਂ ਦੀ ਜਿਹੜੀ ਬੇਰਹਿਮੀ ਨਾਲ ਹੱਤਿਆ ਹੋ ਗਈ ਸੀ, ਉਸ ਸਬੰਧ ਦੇ ਵਿੱਚ ਸੁਣਵਾਈ ਕਰਦਿਆਂ ਜਿੰਨੀ ਕੁ ਵੀ ਉਹਨਾਂ ਨੇ ਜਾਂਚ ਪੜਤਾਲ ਕੀਤੀ ਸੀ, ਉਸ ਕਾਰਵਾਈ ਨੂੰ ਗੈਰ ਤਸੱਲੀ ਬਖਸ਼ ਦੱਸਿਆ ਸੀ। ਇਹ ਪੁੱਛਿਆ ਸੀ ਕਿ ਦੱਸੋ ਜਾਂਚ ਅਸੀਂ ਕਿਸ ਤੋਂ ਹੋਰ ਕਰਵਾ ਲਈਏ। ਉਹਦੇ ਤੋਂ ਬਾਅਦ UP ਪੁਲਿਸ ਹਰਕਤ ਵਿੱਚ ਆਈ ਸੀ ਤੇ ਆਸ਼ੀਸ਼ ਮਿਸ਼ਰਾ ਤੇ ਬਾਕੀਆਂ ਦੀ ਗ੍ਰਿਫਤਾਰੀ ਹੋਈ ਸੀ। ਤੇ ਹੁਣ ਅੱਜ ਫੇਰ ਸੁਣਵਾਈ ਕਰਨੀ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ। ਵੇਖਦੇ ਹਾਂ ਕਿ ਹੁਣ ਕੀ ਆਖਿਆ ਜਾਂਦਾ ਹੈ। ਤੇ ਹੁਣ ਅਗਲੀ ਜਿਹੜੀ ਖਬਰ ਹੈ, ਇਹ ਸਿੰਘੂ ਸਰਹੱਦ ਤੇ ਜੋ ਕਤਲੋਗਾਰਤ ਹੋਈ ਹੈ, ਇੱਕ ਵਿਅਕਤੀ ਦਾ ਕਤਲ ਹੋਇਆ, ਉਹਦੇ ਨਾਲ ਸੰਬੰਧਿਤ ਬੇਅਦਬੀ ਦੇ ਮਾਮਲੇ ਨੂੰ ਆਧਾਰ ਬਣਾ ਕੇ ਲਖਵੀਰ ਸਿੰਘ ਨਾਂ ਦੇ ਵਿਅਕਤੀ ਦਾ ਬੀਤੇ ਦਿਨੀ ਸਿੰਘੂ ਸਰਹੱਦ ਤੇ ਕਤਲ ਕਰ ਦਿੱਤਾ ਗਿਆ ਸੀ। ਕਤਲ ਕੀਤਾ ਸੀ ਨਿਹੰਗ ਸਰਬਜੀਤ ਸਿੰਘ ਨੇ। ਸਰਬਜੀਤ ਸਿੰਘ ਦੇ ਬਾਬਤ ਬਹੁਤ ਸਾਰੀਆਂ ਗੱਲਾਂ ਬਾਤਾਂ ਉਸੇ ਦਿਨ ਤੋਂ ਚੱਲ ਰਹੀਆਂ ਨੇ ਕਿ ਜਾਂਚ ਕੀਤੀ ਜਾਵੇ, ਕੌਣ ਹੈ, ਪਿਛੋਕੜ ਕੀ ਹੈ। ਹਾਲਾਂਕਿ ਇਸ ਮਾਮਲੇ ਦੀਆਂ ਪਰਤਾਂ ਦਿਨ ਪ੍ਰਤੀ ਦਿਨ ਖੁੱਲ੍ਹ ਰਹੀਆਂ ਨੇ, ਕਿਉਂਕਿ ਪਹਿਲੇ ਦਿਨ ਤੋਂ ਹੀ ਕੋਈ ਸਰਬਲੋ ਗ੍ਰੰਥ ਕਹਿੰਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਕਹਿੰਦਾ ਹੈ, ਤੇ ਹੁਣ ਤੱਕ ਕੁਝ ਨਿਹੰਗ ਸਿੰਘ ਹੱਥ 'ਚ ਪੋਥੀ ਫੜੀ ਹੋਈ ਹੈ, ਦੱਸਦੇ ਨੇ ਕਿ ਆਹ ਸਾਡੇ ਗ੍ਰੰਥ ਦੀ ਉਹ ਬੇਅਦਬੀ ਕਰਨ ਲੱਗਿਆ ਸੀ।
ਹਾਲਾਂਕਿ ਵੱਖ-ਵੱਖ ਜਥੇਬੰਦੀਆਂ ਵੀ ਵੱਖ-ਵੱਖ ਧਿਰਾਂ ਵੀ ਇਹ ਸਵਾਲ ਉਠਾ ਰਹੀਆਂ ਨੇ ਕਿ ਇਹ ਦੱਸਿਆ ਨਹੀਂ ਕਿ ਸਿਰਫ ਬੇਅਦਬੀ ਕਰਨ ਲੱਗਿਆ ਸੀ ਜਾਂ ਕਰ ਦਿੱਤੀ ਸੀ। ਜੇ ਕਰ ਦਿੱਤੀ ਸੀ ਤਾਂ ਦੱਸਿਆ ਜਾਵੇ ਕਿ ਕਿੰਨੇ ਅੰਗ ਪਾੜੇ, ਕਿੱਥੇ ਬੇਅਦਬੀ ਕਰਕੇ ਖਿਲਾਰ ਦਿੱਤੇ ਗਏ। ਪਰ ਇਸ ਮਸਲੇ ਤੇ ਹਾਲੇ ਨਿਹੰਗ ਸਿੰਘ ਚੁੱਪ ਨੇ। ਉਹਨਾਂ ਨੇ ਤਾਂ ਇਹ ਵੀ ਆਖ ਦਿੱਤਾ ਕਿ 27 ਤਰੀਕ ਨੂੰ ਅਸੀਂ ਮਹਾ ਪੰਚਾਇਤ ਕਰਾਂਗੇ ਕਿ ਇੱਥੋਂ ਉੱਠ ਕੇ ਜਾਈਏ ਜਾਂ ਨਾ ਜਾਈਏ। ਜਿਹੜੀਆਂ ਤਸਵੀਰਾਂ ਵਾਇਰਲ ਹੋ ਗਈਆਂ ਉਹਨੇ ਤਕਰੀਬਨ ਇਸ ਮਸਲੇ ਨੂੰ ਇੱਕ ਨਵੀਂ ਰੰਗਤ ਦੇ ਦਿੱਤੀ ਹੈ। ਤੇ ਨਾਲ ਗੁਰਮੀਤ ਪਿੰਕੀ ਦਾ ਹੋਣਾ, ਭਾਜਪਾ ਆਗੂਆਂ ਦਾ ਹੋਣਾ ਤੇ ਕੇਂਦਰੀ ਮੰਤਰੀਆਂ ਦਾ ਮੀਟਿੰਗ ਕਰਨੀ। ਹੁਣ ਇਹ ਵੀ ਆਖਿਆ ਜਾ ਰਿਹਾ ਹੈ ਕਿ ਜਿਹੜਾ ਨਿਹੰਗ ਅਮਨ ਸਿੰਘ ਹੈ ਕਿਤੇ ਸਰਬਜੀਤ ਸਿੰਘ ਵਰਗਿਆਂ ਨੂੰ ਇਹ ਵਰਤ ਤਾਂ ਨਹੀਂ ਗਿਆ, ਕਿਉਂਕਿ ਉਹ ਦੱਸ ਰਿਹਾ ਹੈ ਕਿ ਮੈਨੂੰ ਪੈਸਿਆਂ ਦੀ ਆਫਰ, ਮੈਨੂੰ ਘੋੜਿਆਂ ਦੀ ਆਫਰ ਹੋਈ ਸੀ, ਕਿਤੇ ਉਹ ਲੈ ਤਾਂ ਨਹੀਂ ਲਿਆ। ਕਿ ਜੇ ਮੀਟਿੰਗ ਕਰਨ ਗਿਆ ਸੀ ਤਾਂ ਮੀਟਿੰਗ ਕਰਨ ਕਿਹਨੇ ਭੇਜਿਆ ਸੀ? ਜੇ ਮੀਟਿੰਗ ਦੇ ਵਿੱਚ ਕੋਈ ਗੱਲ ਤਣ ਪੱਤਣ ਨਹੀਂ ਸੀ ਲੱਗੀ ਤਾਂ ਤੁਹਾਨੂੰ ਸਰੂਪਾਓ ਕਿਉਂ ਮਿਲਿਆ? ਸਵਾਲ ਬਹੁਤ ਨੇ। ਪਰ ਹੁਣ ਸਰਬਜੀਤ ਸਿੰਘ ਕੌਣ ਹੈ, ਇਸ ਮਸਲੇ ਦੇ ਉੱਤੇ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ। ਸਰਬਜੀਤ ਸਿੰਘ ਦਾ ਪਿਛੋਕੜ ਪਤਾ ਲੱਗਿਆ ਕਿ ਤਕਰੀਬਨ 2 ਸਾਲ ਪਹਿਲਾਂ ਸਰਬਜੀਤ ਸਿੰਘ ਆਪਣੇ ਘਰੋਂ ਨਿਕਲਿਆ। ਜਿਸ ਵਕਤ ਉਹ ਘਰੋਂ ਨਿਕਲਿਆ ਉਹ ਨਾ ਉਹ ਅੰਮ੍ਰਿਤਧਾਰੀ ਸੀ, ਨਾ ਉਹ ਨਿਹੰਗ ਸਿੰਘ ਸੀ, ਕਲੀਨ ਸ਼ੇਵ ਵਿਅਕਤੀ ਸੀ। ਉਹ ਬਟਾਲਾ ਦੀ ਸੁਖਮਣੀ ਕਲੋਨੀ ਦੇ ਵਿੱਚ ਆਪਣੇ ਮਾਮੇ ਜੱਗਾ ਸਿੰਘ ਦੇ ਨਾਲ ਉਹਦੇ ਘਰ ਵਿੱਚ ਰਿਹਾ ਕਰਦਾ ਸੀ। ਇਹ ਵੀ ਪਤਾ ਲੱਗਿਆ ਕਿ ਬਚਪਨ ਦੇ ਵਿੱਚ ਹੀ ਉਹ ਆਪਣੇ ਨਾਨਕੇ ਆ ਗਿਆ ਸੀ ਤੇ ਉਸ ਵਕਤ ਉਹਦੀ ਉਮਰ ਮਹਿਜ 1 ਮਹੀਨਾ ਸੀ। ਉਹਦੇ ਪਰਿਵਾਰਕ ਜੀ ਇਹ ਵੀ ਦੱਸਦੇ ਨੇ ਕਿ ਆਹ ਜੋ ਕੁਝ ਸਿੰਘੂ ਸਰਹੱਦ ਤੇ ਹੋ ਗਿਆ ਇਹਦੀ ਜਾਂਚ ਪੜਤਾਲ ਬਹੁਤ ਡੂੰਘਾਈ ਨਾਲ, ਬਾਰੀਕੀ ਨਾਲ ਕੀਤੀ ਜਾਣੀ ਬਹੁਤ ਲਾਜ਼ਮੀ ਹੈ। ਸਰਬਜੀਤ ਸਿੰਘ ਦੇ ਨਾਨੀ ਇਸ ਜਹਾਨ ਤੇ ਹਾਲੇ ਹੈਗੇ ਆ। ਉਹਨਾਂ ਦੀ ਨਾਨੀ ਨੇ ਦੱਸਿਆ ਕਿ ਸਰਬਜੀਤ ਸਿੰਘ ਪਿੰਡ ਵਿਠਮਾ ਤੋਂ ਹੈ। ਸਿਰਫ 1 ਮਹੀਨੇ ਦੀ ਉਮਰ ਦੇ ਵਿੱਚ ਉਹ ਆਪਣੇ ਪਿੰਡ ਨਾਨਕੇ ਖੁਜਾਲਾ ਦੇ ਵਿੱਚ ਆ ਗਿਆ ਸੀ। ਉਹਨਾਂ ਦੱਸਿਆ ਕਿ ਬੜੇ ਸਾਊ ਸੁਭਾਅ ਦਾ ਹੈ, ਪਰ ਇੱਕ ਸੁਭਾਅ ਦਾ ਅਥਰਾ ਜ਼ਰੂਰ ਹੈ ਕਿ ਕਿਸੇ ਨਾਲ ਧੱਕੇਸ਼ਾਹੀ ਤੇ ਅਨਿਆਂ ਉਹ ਬਰਦਾਸ਼ਤ ਨਹੀਂ ਸੀ ਕਰਿਆ ਕਰਦਾ। ਜਦੋਂ ਸਾਡੇ ਕੋਲ ਵੀ ਰਹਿੰਦਾ ਸੀ। ਸਰਬਜੀਤ ਦੀ ਮਾਮੀ ਦਾ ਨਾਮ ਹੈ ਪਲਵਿੰਦਰ ਕੌਰ। ਪਲਵਿੰਦਰ ਕੌਰ ਹੋਰਾਂ ਨੇ ਦੱਸਿਆ ਕਿ ਸਰਬਜੀਤ ਦਾ ਵਿਆਹ ਸਾਲ 2007 ਵਿੱਚ ਕਰ ਦਿੱਤਾ ਗਿਆ ਸੀ। ਪਰ ਸਰਬਜੀਤ ਦਾ ਸੁਭਾਅ ਬਹੁਤ ਅੱਖੜ ਹੈ, ਜਿਹਦੇ ਕਾਰਨ ਉਹਦੀ ਪਤਨੀ ਕਰੀਬ 2 ਸਾਲ ਪਹਿਲਾਂ ਉਹਨੂੰ ਛੱਡ ਕੇ ਜਾ ਚੁੱਕੀ ਹੈ ਤੇ ਉਹਦਾ ਤਲਾਕ ਹੋ ਚੁੱਕਿਆ ਹੈ। ਪਰ 2 ਸਾਲ ਤੋਂ ਉਹਨਾਂ ਨੇ ਦੱਸਿਆ ਕਿ ਉਹ ਨੰਦੇੜ ਸਾਹਿਬ ਤੇ ਹੋਰਨਾਂ ਗੁਰਧਾਮਾਂ ਤੇ ਅਕਸਰ ਜਾਣ ਲੱਗਿਆ। ਤੇ ਉਹਨਾਂ ਦੇ ਮਾਮੇ ਦਾ ਨਾਮ ਹੈ ਜੱਗਾ ਸਿੰਘ। ਜੱਗਾ ਸਿੰਘ ਹੋਰਾਂ ਨੇ ਦੱਸਿਆ ਕਿ ਸਾਨੂੰ ਕਿਸੇ ਪਾਸੇ ਹੋਰ ਨਹੀਂ ਪਤਾ ਲੱਗਿਆ, ਸਾਨੂੰ ਤਾਂ ਮੀਡੀਆ ਰਾਹੀਂ ਇਹ ਪਤਾ ਲੱਗਿਆ ਕਿ ਭਾਈ ਉੱਥੇ ਕੋਈ ਆਹ ਚੰਦ ਚੜ੍ਹ ਚੁੱਕਿਆ। ਤੇ ਇਹ ਵੀ ਪਤਾ ਲੱਗਿਆ ਕਿ ਬਟਾਲਾ ਪੁਲਿਸ ਸਰਬਜੀਤ ਸਿੰਘ ਦੇ ਅਤੀਤ ਦੇ ਬਾਬਤ ਵੇਰਵੇ ਇਕੱਤਰ ਕਰ ਰਹੀ ਹੈ। ਹੁਣ ਤੁਸੀਂ ਇਹ ਦੇਖੋ ਕਿ ਜਿਸ ਤਰ੍ਹਾਂ ਨਾਨੀ ਜੀ ਦੱਸ ਰਹੇ ਨੇ ਸਰਬਜੀਤ ਸਿੰਘ ਦੇ ਕਿ ਸੁਭਾਅ ਅੱਖੜ ਹੈ, ਕਿਸੇ ਨਾਲ ਧੱਕੇਸ਼ਾਹੀ ਅਨਿਆਂ ਉਹ ਜਰ ਨਹੀਂ ਸੀ ਸਕਦਾ। ਹੁਣ ਜਦੋਂ ਅਸੀਂ ਕਿਸੇ ਸੰਸਥਾ ਦੇ ਵਿੱਚ, ਕਿਸੇ ਸੰਗਠਨ ਦੇ ਵਿੱਚ ਰਹਿੰਦੇ ਹਾਂ, ਸਾਨੂੰ ਇਲਮ ਹੋ ਜਾਂਦਾ ਹੈ ਕਿ ਕਿਹੜਾ ਵਿਅਕਤੀ ਛੇਤੀ ਤੈਸ਼ ਵਿੱਚ ਆ ਜਾਂਦਾ ਹੈ, ਕਿਹੜਾ ਵਿਅਕਤੀ ਬੇਅਦਬੀ ਦੇ ਖਿਲਾਫ ਇੱਕਦਮ ਉੱਠ ਕੇ ਹਥਿਆਰ ਚੁੱਕ ਸਕਦਾ ਹੈ, ਕਿਹੜਾ ਵਿਅਕਤੀ ਹੈ ਜਿਹੜਾ ਅੱਖ ਦਾ ਇਸ਼ਾਰਾ ਭਾਲਦਾ ਤੇ ਝੱਟ ਦੇਣੇ ਕੰਮ ਨਿਬੇੜ ਦੇਊਗਾ। ਹੁਣ ਇਹ ਇਸ਼ਾਰੇ ਹੋ ਰਹੇ ਨੇ ਕਿ ਕਿਤੇ ਆਹ ਜਿਹੜੇ 4 ਬੰਦੇ ਆਤਮ ਸਮਰਪਣ ਕਰ ਚੁੱਕੇ ਨੇ, ਪੁਲਿਸ ਹਿਰਾਸਤ ਵਿੱਚ ਨੇ, ਕਿਤੇ ਇਹ ਵਰਤੇ ਤਾਂ ਨਹੀਂ ਗਏ। ਹੋ ਸਕਦਾ ਇਹਨਾਂ ਨੂੰ ਇਲਮ ਹੀ ਨਾ ਹੋਵੇ ਕਿ ਬੇਅਦਬੀ ਹੋਈ ਵੀ ਹੈ ਜਾਂ ਨਹੀਂ ਹੋਈ। ਹੋ ਸਕਦਾ ਇਹਨਾਂ ਨੂੰ ਇਹ ਵੀ ਇਲਮ ਨਾ ਹੋਵੇ ਕਿ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਜਾਂ ਸਰਬਲੋ ਦੀ ਹੋਈ ਹੈ, ਜਾਂ ਬੇਅਦਬੀ ਕਿਸੇ ਚੀਜ਼ ਦੀ ਹੋਈ ਨਹੀਂ। ਹੁਣ ਜਿਹੜੀਆਂ ਤਸਵੀਰਾਂ ਬਾਹਰ ਨਿਕਲ ਕੇ ਆਈਆਂ ਨੇ ਤੇ ਉਹਨਾਂ ਦੇ ਨਾਨੀ ਜੀ ਦਾ ਕਹਿਣਾ ਕਿ ਅੱਖੜ ਸੁਭਾਅ ਹੈ, ਅਨਿਆਂ ਉਹ ਜਰ ਨਹੀਂ ਸਕਦਾ, ਛੇਤੀ ਗੁੱਸੇ ਵਿੱਚ ਆ ਜਾਂਦਾ ਹੈ। ਜਦੋਂ ਉਹ 2 ਸਾਲ ਦਾ ਇਹਨਾਂ ਨਾਲ ਰਹਿੰਦਾ ਹੋਣਾ ਕਿਤੇ ਇਹ ਵਰਤਿਆ ਤਾਂ ਨਹੀਂ ਗਿਆ। ਹੁਣ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਪਰ ਦੂਸਰੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਆਹੀ ਗੱਲ ਆਖਦੇ ਆ। ਉਹ ਕਹਿੰਦੇ ਕਤਲकांड ਦੇ ਪਿੱਛੇ ਲੱਗਦਾ ਮੈਨੂੰ ਕੇਂਦਰ ਦੀਆਂ ਖੁਫੀਆ ਏਜੰਸੀਆਂ ਕੰਮ ਕਰ ਰਹੀਆਂ ਨੇ। ਮੈਨੂੰ ਕਹਿੰਦੇ ਸ਼ੱਕ ਹੈ। ਉਹ ਕਹਿੰਦੇ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਸਿਰਫ ਤੇ ਸਿਰਫ ਇੱਕ ਧਰਮ ਦਾ ਵਿਸ਼ੇਸ਼ ਅੰਦੋਲਨ ਸਿੱਧ ਕਰਨ ਤੇ ਲੱਗੀ ਹੋਈ ਹੈ ਤੇ ਨਾਲ ਹੀ ਨਿਹੰਗ ਸਿੰਘਾਂ ਦੇ ਵਿਚਕਾਰ, ਸਿੱਖ ਜਥੇਬੰਦੀਆਂ ਦੇ ਵਿਚਕਾਰ, ਕਿਸਾਨਾਂ ਦੇ ਵਿਚਕਾਰ ਅਤੇ ਐਸੀ ਭਾਈਚਾਰੇ ਦੇ ਵਿਚਕਾਰ ਫੁੱਟ ਪਾਉਣ ਦੀ ਸਾਜ਼ਿਸ਼ ਕਰ ਰਹੀ ਹੈ। ਕਦੇ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਆਪਾਂ ਵੇਖ ਵੀ ਰਹੇ ਹਾਂ ਕਿ ਜਿਸ ਦਿਨ ਤੋਂ ਆਹ ਘਟਨਾਕ੍ਰਮ ਵਾਪਰਿਆ, ਨਿਹੰਗ ਸਿੰਘ ਜਥੇਬੰਦੀਆਂ ਕੁਝ ਹੋਰ ਬੋਲ ਰਹੀਆਂ ਨੇ, ਕਿਸਾਨ ਆਗੂ ਆਖ ਰਹੇ ਨੇ ਕਿ ਇਹਨਾਂ ਨਾਲ ਸਾਡਾ ਕੋਈ ਲੈਣ ਦੇਣ ਹੈ ਨਹੀਂ, ਇਹ ਉੱਠ ਕੇ ਚਲੇ ਜਾਣ। ਇਹ ਸਾਡਾ ਜਿਹੜਾ ਮੋਰਚਾ ਇਸ ਵਕਤ ਚੱਲ ਰਿਹਾ ਹੈ ਇਹ ਕੋਈ ਧਾਰਮਿਕ ਮੋਰਚਾ ਨਹੀਂ। ਤੇ ਦੂਸਰੇ ਪਾਸੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ
ਤੇ ਕੁਝ ਹੋਰ ਸਿੱਖ ਪ੍ਰਚਾਰਕ ਵੀ ਇੱਕ ਦੂਸਰੇ ਦੇ ਆਮੋ ਸਾਹਮਣੇ ਆ ਕੇ ਖੜੇ ਹੋ ਗਏ ਹੈ। ਤੇ ਦੂਸਰੇ ਪਾਸੇ ਸੁਨੀਲ ਜਾਖੜ ਨੇ ਇਹ ਵੀ ਕਿਹਾ ਕਿ ਕੇਂਦਰੀ ਮੰਤਰੀਆਂ ਦੇ ਨਾਲ ਫੋਟੋਆਂ ਤੇ ਉਹਨਾਂ ਮੀਟਿੰਗਾਂ ਦੇ ਵਿੱਚ ਪਿੰਕੀ ਕੈਟ ਦੀ ਹਾਜ਼ਰੀ ਇੱਕ ਤੋਂ ਬਾਅਦ ਇੱਕ ਸਿਲਸਿਲੇਵਾਰ ਵਾਪਰੀਆਂ ਘਟਨਾਵਾਂ ਕੀ ਸਿੱਧ ਕਰਦੀਆਂ ਨੇ? ਕਹਿੰਦੇ ਸਿੱਧ ਕਰਦੀਆਂ ਨੇ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਹੈ, ਅਮਨ ਇੱਥੋਂ ਦਾ ਭੰਗ ਕਰੇ ਤੇ ਇਹ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ। ਉਹ ਕਹਿੰਦੇ ਪਿੰਕੀ ਦਾ ਉਹਨਾਂ ਮੀਟਿੰਗਾਂ ਦੇ ਵਿੱਚ ਸ਼ਾਮਲ ਹੋਣਾ ਕੇਂਦਰ ਸਰਕਾਰ ਤੇ ਸਵਾਲ ਤੇ ਸ਼ੰਕੇ ਖੜੇ ਕਰਦਾ ਹੈ। ਉਹਨਾਂ ਕਿਹਾ ਕਿ ਨਿਆਂਕ ਜਥੇਬੰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ, ਪਰ ਕਤਲकांड ਦੇ ਬਾਬਤ ਜਾਂਚ ਲਾਜ਼ਮੀ ਹੈ। ਇਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਜੇ ਬੇਅਦਬੀ ਹੋਈ ਆ ਉਹਦੀ ਵੀ ਨਿਖੇਧੀ ਕਰਨੀ ਬਣਦੀ ਹੈ, ਜੇ ਇੰਜ ਕਤਲ ਹੋ ਗਿਆ ਤੇ ਉਹਦੀ ਵੀ ਨਿਖੇਧੀ ਕੀਤੀ ਜਾਣੀ ਬਣਦੀ ਹੈ। ਪਰ ਇਸ ਸਾਰੇ ਵਰਤਾਰੇ ਦੇ ਵਿੱਚ ਏਜੰਸੀਆਂ, ਸਿੱਖਾਂ, ਨਿਹੰਗ ਸਿੰਘਾਂ, ਕਿਸਾਨਾਂ ਤੇ ਇਧਰ ਐਸੀ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਦੀ ਫਿਰਾਕ ਵਿੱਚ ਨੇ, ਜਿਹਦੇ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਹੁਣ ਦੇਖੋ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਘਟਨਾ ਵੀ ਵਾਪਰੀ ਹੈ, ਇੱਕ ਬੰਦੇ ਦਾ ਹੱਥ ਪੈਰ ਵੀ ਵੱਢਿਆ ਗਿਆ। ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੈਂ ਸੁਣਿਆ, ਉਹ ਕਹਿੰਦੇ ਠੀਕ ਹੈ, ਜੇ ਬੇਅਦਬੀ ਹੋਈ ਆ ਪਹਿਲੀ ਗੱਲ ਇਹ ਦੱਸਣ ਕਿ ਸੱਚਮੁੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਆ, ਕਿਉਂਕਿ ਸਿੱਖਾਂ ਦੇ ਹਿਰਦੇ ਵਲੂੰਧਰੇ ਜਾਂਦੇ ਆ। ਜੇ ਬੇਅਦਬੀ ਹੋਈ ਹੈ, ਜੇ ਬੇਅਦਬੀ ਕੀਤੇ ਵਿਅਕਤੀ ਦੀ, ਜਿਹਨੇ ਬੇਅਦਬੀ ਕੀਤੀ ਸੀ, ਜਿਹਨੇ ਗੁਰੂ ਸਾਹਿਬ ਨੂੰ ਹੱਥ ਪਾਇਆ ਸੀ, ਉਹਦੇ ਹੱਥ ਪੈਰ ਅੰਗ ਵੱਡੇ ਦਿਖਾਏ ਗਏ ਇੱਕ ਵੀਡੀਓ ਵਿੱਚ, ਤਾਂ ਦੂਸਰੀ ਵੀਡੀਓ ਵੀ ਦਿਖਾ ਦਿੰਦੇ ਕਿ ਆਹ ਭਾਈ ਸਾਡੇ ਗੁਰੂ ਦੇ ਅੰਗ ਖਿਲਾਰੇ ਪਏ ਆ। ਉਹ ਕਹਿੰਦੇ ਇਹ ਤਾਂ ਦੱਸਿਆ ਜਾਵੇ ਕਿ ਪੋਥੀ ਜਿਹੜੀ ਸਰਬਲੋ ਦੀ ਹੈ ਉਹਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ ਜਾਂ ਕੋਸ਼ਿਸ਼ ਕੀਤੀ ਹੈ। ਸਵਾਲ ਬਹੁਤ ਸਾਰੇ ਨੇ। ਆਪਣਾ ਅੱਜ ਦਾ ਪ੍ਰੋਗਰਾਮ ਜਿਹੜਾ ਪੰਜਾਬ ਬੋਲਦਾ ਸੀ, ਤਕਰੀਬਨ ਇਸੇ ਹੀ ਮੁੱਦੇ ਨੂੰ ਆਧਾਰ ਬਣਾ ਕੇ ਕੀਤਾ ਗਿਆ ਸੀ। ਸੋ ਅੱਜ ਦੀਆਂ ਇਹ ਜਾਣਕਾਰੀਆਂ ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਕਰ ਦੇਣਾ, ਆਪਣੇ ਕਮੈਂਟ ਵੀ ਕਰ ਦੇਣੇ, ਤੇ ਨਾਲ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।